ਜੱਗ ਦੇ ਵਿੱਚ ਤੁਸੀਂ ਪਹੁੰਚੇ ਹੋ। ਇਹ ਸ਼ਾਇਦ ਆਪਾਂ ਇਹ ਵੀ ਨਹੀਂ ਕਹਿ ਸਕਦੇ ਅਸੀਂ ਕਿਹਦੇ ਲਈ ਆਏ ਆ, ਅਸੀਂ ਆਪਣੇ ਲਈ ਆਏ ਆ, ਆਪਣਾ ਆਪ ਸਵਾਰਨ ਦੇ ਲਈ ਆਏ ਆ, ਤਾਂ ਕਿ ਭਵਿੱਖ ਦੇ ਵਿੱਚ ਕਿਤੇ ਨਾ ਕਿਤੇ ਸਾਡੀ ਆਤਮਾ ਨੂੰ ਸਾਨੂੰ ਸ਼ਾਂਤੀ ਮਿਲੇਗੀ ਵੀ ਅਸੀਂ ਕਿਸੇ ਵਿਸ਼ੇਸ਼ ਕਾਰਜ ਦੇ ਵਿੱਚ ਆਪਣਾ ਯੋਗਦਾਨ ਪਾਇਆ ਸੀ। ਇੱਕ ਬਹੁਤ ਵੱਡਾ ਯੱਗ ਹੈ ਜਿਹੜਾ ਪਿੰਡ ਧਰਮਪੁਰਾ ਦੇ ਸਹਿਯੋਗ ਦੇ ਨਾਲ ਮਾਨਵ ਸੇਵਾ ਸਮਿਤੀ ਨਾਮਦੇਵ ਚੌਂਕ ਅਬੋਹਰ ਨੇ ਸ਼ੁਰੂ ਕੀਤਾ। ਮਾਨਵ ਸੇਵਾ ਸਮਿਤੀ ਅਬੋਹਰ ਪਿਛਲੇ ਕਈ ਸਾਲਾਂ ਤੋਂ ਜਿਹੜੇ ਕੰਮ ਕਰਨ ਜਾ ਰਹੀ ਹੈ, ਉਹਨਾਂ ਬਾਰੇ ਜਿਹੜੇ ਸਾਥੀ ਇੱਥੇ ਮੈਂਬਰ ਸਾਡੇ ਸਾਹਿਬਾਨ ਜਾਣਦੇ ਨੇ, ਪਰ ਜਿਹੜੇ ਪਿੰਡ ਵਾਸੀ ਨਵੇਂ ਆਏ ਨੇ ਜਾਂ ਪਿੰਡ ਵਿੱਚ ਜਿੰਨੀ ਕਿ ਮੇਰੀ ਆਵਾਜ਼ ਜਾ ਰਹੀ ਹੈ ਉਹਨਾਂ ਨੂੰ ਅਸੀਂ ਜਾਣਕਾਰੀ ਸਾਂਝੀ ਕਰਨੀ ਚਾਹਾਂਗੇ। ਮਾਨਵ ਸੇਵਾ ਸਮਿਤੀ ਨਾਮਦੇਵ ਚੌਂਕ ਅਬੋਹਰ ਲਗਭਗ 48 ਤਰ੍ਹਾਂ ਦੇ ਵੱਖ-ਵੱਖ ਲੋਕ ਭਲਾਈ ਦੇ ਕੰਮ ਕਰ ਰਹੀ ਹੈ। ਇੱਕ ਸੰਸਥਾ ਬਾਰੇ ਥੋੜੀ ਜਿਹੀ ਮੈਂ ਜਾਣਕਾਰੀ ਪਹਿਲਾਂ ਦੇ ਦੇਵਾਂ, ਫਿਰ ਕੰਮਾਂ ਬਾਰੇ ਦੇਵਾਂਗਾ। ਮਾਨਵ ਸੇਵਾ ਸਮਿਤੀ ਇੱਕ NGO ਕਹਿ ਸਕਦੇ ਆਪਾਂ ਹੈਗੀ ਆ। ਇਹ ਇੱਕ ਸਰਕਾਰੀ ਸੰਸਥਾ ਨਹੀਂ, ਇਹ ਤੁਹਾਡੀ ਸਾਡੀ ਤੇ ਆਮ ਲੋਕਾਂ ਦੀ ਇੱਕ ਸੰਸਥਾ ਹੈਗੀ ਆ। ਮਾਨਵ ਸੇਵਾ ਸਮਿਤੀ ਰਜਿਸਟਰਡ ਅਬੋਹਰ ਕੋਈ ਵੀ ਪਿੰਡ ਵਾਸੀ, ਭਾਵੇਂ ਉਹ ਇਸ ਪਿੰਡ ਦਾ, ਭਾਵੇਂ ਕਿਸੇ ਲਾਗਲੇ ਪਿੰਡ ਦਾ, ਜਾਂ ਤੁਹਾਡਾ ਕੋਈ ਰਿਸ਼ਤੇਦਾਰ ਹੈ, ਉਹ ਇਹਦਾ ਮੈਂਬਰ ਬਣ ਸਕਦਾ। ਇਹਦੇ ਲਈ ਕੋਈ ਫੀਸ ਨਹੀਂ ਰੱਖੀ ਗਈ ਵੀ ਤੁਸੀਂ ਆਹ ਫੀਸ ਦੇਣੀ ਹੈ ਤਾਂ ਹੀ ਮੈਂਬਰ ਬਣ ਸਕਦੇ ਹੋ। ਇਹ ਸਿਰਫ ਸੇਵਾ ਦੇ ਕੰਮ ਨੇ। ਜੇ ਤੁਹਾਡੇ ਮਨ ਦੇ ਵਿੱਚ ਸੇਵਾ ਦੀ ਭਾਵਨਾ ਹੈਗੀ ਹੈ, ਤੁਸੀਂ ਸੇਵਾ ਕਰਨਾ ਚਾਹੁੰਦੇ ਹੋ, ਤਾਂ ਆਪਣੀਆਂ 2 ਫੋਟੋਆਂ ਤੇ ਆਧਾਰ ਕਾਰਡ ਦੇ ਕੇ ਇਸ ਸੰਸਥਾ ਦੇ ਮੈਂਬਰ ਬਣ ਸਕਦੇ ਹੋ। ਤੇ ਜਿਹੜੇ 48 ਤਰ੍ਹਾਂ ਦੇ ਮੈਂ ਕੰਮਾਂ ਦੀ ਗੱਲ ਕਰ ਰਿਹਾ, ਉਹ ਕੰਮ ਜਿਹੜੇ ਮੈਂਬਰ ਨੇ ਉਹੀ ਕਰਦੇ ਨੇ ਤੇ ਉਹੀ ਉਸ ਨੂੰ ਅੱਗੇ ਚਲਾਉਂਦੇ ਨੇ। ਕੁਝ ਇੱਕ ਕੰਮਾਂ ਬਾਰੇ ਮੈਂ ਤੁਹਾਡੇ ਨਾਲ ਵਿਚਾਰ ਚਰਚਾ ਕਰਾਂਗਾ। ਬਾਕੀ ਜਦੋਂ ਤੁਸੀਂ ਮੈਂਬਰ ਬਣਦੇ ਹੋ ਸੰਸਥਾ ਦੇ ਨਾਲ, ਜਿਵੇਂ ਜਿਵੇਂ ਜੁੜੋਗੇ, ਆਉਣ ਵਾਲੇ ਭਵਿੱਖ ਦੇ ਵਿੱਚ ਸੰਸਥਾ ਕੀ ਕਰ ਰਹੀ ਹੈ, ਕੀ ਇਸ ਨੇ ਕੀਤਾ, ਜ਼ਰੂਰ ਇਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਰਵਾਂਗੇ। ਸਭ ਤੋਂ ਜਿਹੜਾ ਮੁੱਖ ਟੀਚਾ ਲੈ ਕੇ, ਪਹਿਲਾ ਕੰਮ ਲੈ ਕੇ ਸਾਡੀ ਸੰਸਥਾ ਚੱਲੀ ਸੀ ਮਾਨਵ ਸੇਵਾ ਸਮਿਤੀ, ਉਹ ਸੀ ਮੰਦਬੁੱਧੀ ਭਲੇ ਲੋਕ, ਜਿਨ੍ਹਾਂ ਨੂੰ ਆਮ ਭਾਸ਼ਾ ਦੇ ਵਿੱਚ ਆਪਾਂ ਕਹਿੰਦੇ ਨੇ ਇਹਨੂੰ ਸਮਝ ਹੈ ਨਹੀਂ, ਇਹਦਾ ਦਿਮਾਗ ਨਹੀਂ ਕੰਮ ਕਰਦਾ। ਸਿੱਧੀ ਭਾਸ਼ਾ ਵਿੱਚ ਜੇ ਮੈਂ ਕਹਾਂ ਤਾਂ ਉਹਨਾਂ ਲੋਕਾਂ ਨੂੰ ਸਾਂਭਣ ਦੇ ਲਈ, ਸਾਂਭ ਸੰਭਾਲ ਦੇ ਲਈ ਕੁਝ ਇੱਕ ਚਿਹਰੇ ਜਿਹੜੇ ਸਾਡੇ ਸਾਹਮਣੇ ਬੈਠੇ ਨੇ, ਇਹਨਾਂ ਨੇ ਹੀ ਇਸ ਸੰਸਥਾ ਦੀ ਸ਼ੁਰੂਆਤ ਕੀਤੀ ਸੀ। ਡਾਕਟਰ ਵਿਜੇ ਗਰੋਵਰ ਜੀ ਨੇ, ਸਾਡੇ ਚੇਅਰਮੈਨ ਸਾਹਿਬ ਸੁਭਾਸ਼ ਜੀ, ਤੇ ਹੋਰ ਸਾਡੇ ਜਿੰਨੇ ਵੀ ਸਾਥੀ ਨੇ, ਦਵਿੰਦਰ ਜੀ ਬੈਠੇ ਨੇ ਪਿੱਛੇ, ਹੋਰ ਪੁਰਾਣੇ ਸਾਥੀ ਜਿਹੜੇ ਨੇ। ਮੈਂ ਤੁਹਾਡੇ ਤਰ੍ਹਾਂ ਜਿਵੇਂ ਤੁਹਾਨੂੰ ਅੱਜ ਬੇਨਤੀ ਕਰ ਰਿਹਾ, ਮੈਂ ਵੀ ਕੁਝ ਸਮਾਂ ਪਹਿਲਾਂ ਇਸ ਸੰਸਥਾ ਨਾਲ ਜੁੜਿਆ, ਪਰ ਜਿੰਨੇ ਕੁ ਕੰਮਾਂ ਨੂੰ ਮੈਂ ਦੇਖਿਆ ਤਾਂ ਮੇਰੀ ਆਤਮਾ ਨੂੰ ਜ਼ਰੂਰ ਸ਼ਾਂਤੀ ਮਿਲਦੀ ਹੈ ਵੀ ਮੈਂ ਇੱਕ ਚੰਗੇ ਕਾਰਜ ਦੇ ਵਿੱਚ ਜੁੜਿਆ ਹੋਇਆ। ਜਿੰਨਾ ਕੁ ਸਮਾਂ ਮੈਂ ਕੱਢ ਸਕਦਾ ਆਪਦਾ ਜ਼ਰੂਰ ਕੱਢਦਾ। ਇਸੇ ਕਰਕੇ ਮੈਨੂੰ ਇਹ ਲੱਗਿਆ ਵੀ ਤੁਹਾਨੂੰ ਬੇਨਤੀ ਕਰਨੀ ਚਾਹੀਦੀ ਹੈ, ਤੁਹਾਨੂੰ ਇਹਦੇ ਬਾਰੇ ਜ਼ਰੂਰ ਜਾਗਰੂਕ ਕਰਾਂ। ਤਾਂ ਹੀ ਮੈਂ ਕੰਮਾਂ ਦੀ ਗੱਲ ਸ਼ੁਰੂ ਕੀਤੀ ਸੀ ਵੀ ਸੰਸਥਾ ਦੇ ਕੰਮਾਂ ਬਾਰੇ ਸਾਨੂੰ ਜ਼ਰੂਰ ਪਤਾ ਹੋਵੇ। ਸਭ ਤੋਂ ਪਹਿਲਾ ਜਿਹੜਾ ਕੰਮ ਸੀ ਮੰਦਬੁੱਧੀ ਲੋਕਾਂ ਦੀ ਸੇਵਾ, ਉਹ ਸੰਸਥਾ ਪਿਛਲੇ 5-6 ਸਾਲਾਂ ਤੋਂ ਕਰ ਰਹੀ ਹੈ। ਸ਼ਹਿਰ ਦੇ ਵਿੱਚ, ਅਬੋਹਰ ਦੇ ਵਿੱਚ ਜਾਂ ਲਾਗਲੇ ਪਿੰਡਾਂ ਦੇ ਵਿੱਚ ਜਦੋਂ ਵੀ ਸੰਸਥਾ ਨੂੰ ਕੋਈ, ਸੰਸਥਾ ਦੇ ਨੰਬਰ ਲਿਖੇ ਨੇ, ਇਹਨਾਂ ਨੰਬਰਾਂ 'ਤੇ ਕੋਈ ਫੋਨ ਕਰਦਾ ਹੈ ਵੀ ਇੱਥੇ ਕੋਈ ਮੰਦਬੁੱਧੀ ਫਿਰ ਰਿਹਾ ਹੈ, ਤਾਂ ਉਸ ਨੂੰ ਸੰਭਾਲਦੀ ਹੈ, ਉਸ ਨੂੰ ਜਾ ਕੇ ਨਹਾਇਆ ਜਾਂਦਾ ਹੈ, ਧਵਾਇਆ ਜਾਂਦਾ ਹੈ, ਖਾਣਾ ਦਿੱਤਾ ਜਾਂਦਾ ਹੈ। ਪਰ ਉਸ ਤੋਂ ਬਾਅਦ ਉਸ ਨੂੰ ਜਿੱਥੋਂ ਲਿਆਂਦਾ ਸੀ ਉੱਥੇ ਹੀ ਛੱਡ ਦਿੱਤਾ ਜਾਂਦਾ। ਇਹ ਇੱਕ ਬੜੀ ਵੱਡੀ ਤਰਾਸਦੀ ਸੀ ਸਾਡੀ ਸੰਸਥਾ ਦੀ, ਕਹਿ ਲਈਏ, ਜਾਂ ਆਪਣੇ ਸਮਾਜ ਦੀ, ਕਿ ਉਹਨਾਂ ਨੂੰ ਸਾਂਭਣ ਦੇ ਲਈ ਕੁਝ ਨਹੀਂ ਸੀ ਸਾਡੇ ਕੋਲੋਂ। ਉਸੇ ਉਪਰਾਲੇ ਨੂੰ ਬੜੇ ਲੰਬੇ ਸਮੇਂ ਤੋਂ ਕੋਸ਼ਿਸ਼ ਕਰਦੇ ਕਰਦੇ ਅੱਜ ਇੱਕ ਸ਼ੁਰੂਆਤ ਹੋਈ ਹੈ ਪਿੰਡ ਧਰਮਪੁਰਾ ਦੇ ਵਿੱਚ, ਜਿਹੜੀ ਸਾਨੂੰ ਜਗ੍ਹਾ ਮਿਲੀ ਹੈ ਵੀ ਇਹਨਾਂ ਲੋਕਾਂ ਨੂੰ ਹੁਣ ਸਾਨੂੰ ਛੱਡਣਾ ਨਹੀਂ ਪਵੇਗਾ। ਵੀ ਜੇ ਕੋਈ ਸਾਡੇ ਕੋਲ ਆਉਂਦਾ ਹੈ ਤੇ ਨਹੀਂ ਉਹਨੂੰ ਇੱਕ ਵਾਰੀ ਨਹਾਤਾ, ਧਵਾਤਾ, ਕੱਪੜੇ ਪਵਾਤੇ ਤੇ ਫਿਰ ਅਸੀਂ ਉਸੇ ਤਰ੍ਹਾਂ ਸੜਕਾਂ ਦੇ ਉੱਤੇ ਰੁਲਣ ਲਈ ਛੱਡ ਦਈਏ ਵੀ ਚੱਲ ਜਾ ਬਈ, ਜੋ ਪ੍ਰਮਾਤਮਾ ਨੇ ਤੇਰੇ ਕਰਮਾਂ 'ਚ ਲਿਖਿਆ ਹੋਏਗਾ। ਉਸ ਨੂੰ ਥੋੜ੍ਹਾ ਜਿਹਾ ਹੋਰ ਅੱਗੇ ਸੁਧਾਰਦੇ ਹੋਏ ਅੱਜ ਜਿਹੜਾ ਆਪਾਂ ਇੱਕ ਵੱਡਾ ਮਹਾਯੱਗ ਸ਼ੁਰੂ ਕਰਤਾ ਹੈ, ਭੂਮੀ ਪੂਜਨ ਹੋ ਚੁੱਕਿਆ ਹੈ। ਭਵਿੱਖ ਦੇ ਵਿੱਚ ਬੜੀ ਜਲਦੀ ਤੁਹਾਡੇ ਆਮ ਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਇੱਕ ਇੱਥੇ ਬੜਾ ਸੋਹਣਾ ਆਸ਼ਰਮ ਬਣੇਗਾ, ਤੇ ਜਿਹੜੇ ਆਪਣੇ ਮੰਦਬੁੱਧੀ ਕਿਤੇ ਵੀ ਮਿਲਣਗੇ ਅਸੀਂ ਉਹਨਾਂ ਦੀ ਸੇਵਾ ਇੱਥੇ ਕਰਾਂਗੇ। ਉਸ ਤੋਂ ਇਲਾਵਾ ਦੂਸਰਾ ਜਿਹੜਾ ਕੰਮ ਹੈ ਮੁੱਖ ਤੌਰ ਤੇ ਮਾਨਵ ਸੇਵਾ ਸਮਿਤੀ ਕਰ ਰਹੀ ਹੈ, ਉਹ ਹੈ ਖੂਨਦਾਨ ਦਾ। ਖੂਨਦਾਨ ਦੇ ਕੈਂਪ ਨਹੀਂ ਲਾਉਂਦੀ ਇਹ ਸੰਸਥਾ ਵੀ ਆਪਾਂ ਕੀ ਵੀ ਕੈਂਪ ਲਾਉਂਦੀ ਹੈ, ਕੋਈ 100 ਬੰਦਿਆਂ ਦਾ ਖੂਨ ਇਕੱਠਾ ਕਰ ਲਿਆ ਤੇ ਕਿਤੇ ਦੂਰ ਭੇਜਤਾ ਜਾਂ ਕਿਤੇ ਵੀ ਭੇਜਤਾ। ਸੰਸਥਾ ਵੱਲੋਂ ਅਜਿਹਾ ਨਹੀਂ ਕੀਤਾ ਜਾਂਦਾ। ਸੰਸਥਾ ਵੱਲੋਂ ਸਿਰਫ ਇੱਕ ਰਜਿਸਟਰਡ ਕੀਤਾ ਜਾਂਦਾ ਹੈ। ਕੋਈ ਵੀ ਦਾਨੀ ਜਿਹੜਾ ਖੂਨਦਾਨ ਕਰਨਾ ਚਾਹੁੰਦਾ ਉਹ ਆਪਦਾ ਵੇਰਵਾ ਸਾਨੂੰ ਫੋਨ ਨੰਬਰ ਤੇ ਲਿਖਾ ਦਿੰਦਾ ਵੀ ਮੇਰਾ ਬਲੱਡ ਗਰੁੱਪ ਹੈ ਤੇ ਮੈਂ ਦਾਨ ਕਰਨਾ ਹੈ। ਜਦੋਂ ਵੀ ਕਿਸੇ ਨੂੰ ਖੂਨ ਦੀ ਲੋੜ ਪੈਂਦੀ ਹੈ, ਭਾਵੇਂ ਅਬੋਹਰ ਦੇ ਵਿੱਚ ਹੋਵੇ, ਭਾਵੇਂ ਗੰਗਾ ਨਗਰ ਦੇ ਵਿੱਚ ਜਾਂ ਭਾਰਤ ਇੰਡੀਆ ਦੇ ਵਿੱਚ ਕਿਤੇ ਵੀ,
ਸੰਸਥਾ ਨੇ ਇੱਕ ਰਜਿਸਟਰ ਲਾਇਆ, ਉੱਥੇ ਰਜਿਸਟਰ ਕੀਤਾ ਹੋਇਆ ਤੁਹਾਡੇ ਜਿਹੜੇ ਦਾਨੀ ਸੱਜਣ ਨੇ ਉਹਨਾਂ ਨੂੰ, ਤੇ ਜਿਹਨੂੰ ਲੋੜ ਹੁੰਦੀ ਹੈ ਉਹ ਸੰਸਥਾ ਨੂੰ ਫੋਨ ਕਰਦਾ ਹੈ, ਤੇ ਸੰਸਥਾ ਸਿਰਫ ਇੱਕ ਜਰੀਆ ਬਣਦੀ ਹੈ ਵੀ ਉਹਨਾਂ ਤੱਕ ਸੁਨੇਹਾ ਪਹੁੰਚਾਉਣ ਦਾ ਵੀ ਇਹਨਾਂ ਨੂੰ ਖੂਨ ਦੀ ਲੋੜ ਹੈ ਤੇ ਤੁਸੀਂ ਦੇ ਦਿਓ। ਇਹ ਸਾਰੇ ਇੰਡੀਆ ਦੇ ਵਿੱਚ, ਸਾਰੇ ਭਾਰਤ ਦੇ ਵਿੱਚ ਸੰਸਥਾ ਦੇ ਖੂਨਦਾਨ ਦੇ ਜਿਹੜੇ ਨੇ ਕੰਮ ਚੱਲ ਰਹੇ ਨੇ, ਤੇ ਹਰ ਰੋਜ਼ ਹੀ ਕਿਤੇ ਨਾ ਕਿਤੇ ਸੰਸਥਾ ਵੱਲੋਂ ਸਹਿਯੋਗ ਕਰਕੇ ਖੂਨਦਾਨ ਕਰਵਾਇਆ ਜਾਂਦਾ ਹੈ। ਅੱਖਾਂ ਦੇ ਆਪਰੇਸ਼ਨ, ਮੋਤੀਆਬਿੰਦ ਦੇ ਜਾਂ ਹੋਰ ਵੀ ਜਿਹੜੇ ਨੇ ਕੈਂਪ ਲੱਗਦੇ ਨੇ, ਉਹਨਾਂ ਕੈਂਪਾਂ ਦੇ ਵਿੱਚ ਕੋਈ ਬਜ਼ੁਰਗ ਹੈ ਉਸ ਨੂੰ ਸੰਸਥਾ ਦੇ ਸਾਡੇ ਸੇਵਾਦਾਰ ਲੈ ਕੇ ਜਾਂਦੇ ਨੇ, ਉਹਨਾਂ ਦਾ ਚੈੱਕਅਪ ਕਰਵਾਉਂਦੇ ਨੇ, ਫਿਰ ਉਹਨਾਂ ਨੂੰ ਵਾਪਸ ਘਰ ਛੱਡ ਕੇ ਆਉਂਦੇ ਨੇ। ਤੇ ਪਿਛਲੇ ਲੰਬੇ ਸਮੇਂ ਤੋਂ ਕਿਤੇ ਵੀ ਕੋਈ ਕੈਂਪ ਲੱਗਦਾ ਉਹਦੇ ਵਿੱਚ ਸੰਸਥਾ ਸੇਵਾ ਦਿੰਦੀ ਹੈ। ਬਿਮਾਰ ਲੋਕਾਂ ਦੀ ਸੇਵਾ, ਜੇ ਕੋਈ ਬਿਮਾਰ ਮਿਲ ਜਾਂਦਾ ਹੈ ਜਿਸ ਨੂੰ ਕੋਈ ਸੰਭਾਲਣ ਵਾਲਾ ਨਹੀਂ ਹੈ, ਜਿਸ ਦਾ ਕੋਈ ਇਲਾਜ ਨਹੀਂ ਕਰਵਾ ਸਕਦਾ, ਤਾਂ ਸੰਸਥਾ ਉਹਨਾਂ ਦੇ ਇਲਾਜ ਦੇ ਵਿੱਚ ਵੀ ਸਹਿਯੋਗ ਕਰਦੀ ਹੈ। ਤੁਹਾਡੇ ਦਾਨੀ ਸੱਜਣਾ ਦੇ ਸਹਿਯੋਗ ਦੇ ਨਾਲ ਉਹਨਾਂ ਦਾ ਇਲਾਜ ਕਰਵਾਇਆ ਜਾਂਦਾ ਹੈ। ਜੇ ਕੋਈ ਜ਼ਖਮੀ ਕਿਤੇ ਮਿਲ ਜਾਂਦਾ ਹੈ ਉਸ ਦੇ ਇਲਾਜ ਦੇ ਵਿੱਚ ਵੀ ਸੰਸਥਾ ਸਹਿਯੋਗ ਕਰ ਰਹੀ ਹੈ। ਜ਼ਰੂਰਤਮੰਦ ਲੋਕਾਂ ਨੂੰ ਕੱਪੜੇ ਵੰਡਣ ਦੀ ਸੇਵਾ, ਕਿਉਂਕਿ ਇਹ ਕੱਪੜੇ ਸੰਸਥਾ ਆਪਣੇ ਵੱਲੋਂ ਨਹੀਂ ਵੰਡਦੀ, ਸੰਸਥਾ ਨੂੰ ਦਾਨ ਹੀ ਕੀਤੇ ਜਾਂਦੇ ਨੇ। ਜਿਹੜੇ ਵੀ ਲੋਕ ਜਿਨ੍ਹਾਂ ਕੋਲ ਕੱਪੜੇ ਵੱਧ ਪਏ ਨੇ ਘਰਾਂ ਦੇ ਵਿੱਚ, ਨਹੀਂ ਲੋੜ, ਉਹ ਸੰਸਥਾ ਨੂੰ ਦਾਨ ਕਰ ਦਿੰਦੇ ਨੇ, ਤੇ ਸੰਸਥਾ ਉਹਨਾਂ ਕੱਪੜਿਆਂ ਨੂੰ ਲੋੜਵੰਦ ਲੋਕਾਂ ਤੱਕ, ਭਾਵੇਂ ਉਹ ਆਸੇ-ਪਾਸੇ ਆਪਣੇ ਭੱਠੇ ਨੇ, ਕੋਈ ਮਜ਼ਦੂਰ ਨੇ, ਉਹਨਾਂ ਤੱਕ ਪਹੁੰਚਾਉਣ ਦਾ ਕੰਮ ਕਰਦੀ ਹੈ। ਸੰਸਥਾ ਵੱਲੋਂ ਪਿੰਡ ਡੰਗਰ ਖੇੜਾ ਦੇ ਅਬੋਹਰ ਦੇ ਵਿੱਚ ਇੱਕ ਦੀਵਾਰ ਵੀ ਬਣਾਈ ਗਈ ਹੈ ਜਿੱਥੇ ਕੋਈ ਵੀ ਲੋੜਵੰਦ ਕਦੇ ਵੀ ਜਾ ਕੇ ਕੱਪੜੇ ਲੈ ਸਕਦਾ ਹੈ। ਕਿਤਾਬਾਂ ਲੋੜਵੰਦ ਬੱਚਿਆਂ ਨੂੰ ਪੜ੍ਹਨ ਦੇ ਲਈ ਬੁੱਕ ਬੈਂਕ ਮਾਨਵ ਸੇਵਾ ਸਮਿਤੀ ਅਬੋਹਰ ਵੱਲੋਂ ਨਾਮਦੇਵ ਚੌਂਕ ਦੇ ਵਿੱਚ ਬਣਾਇਆ ਗਿਆ। ਤੁਸੀਂ ਆਪਣੇ ਬੱਚਿਆਂ ਦੀਆਂ ਵੱਧ ਕਿਤਾਬਾਂ, ਜਿਹੜੇ ਤੁਹਾਡੇ ਬੱਚੇ ਪੜ੍ਹ ਚੁੱਕੇ ਨੇ, ਜਿਹੜੀ ਕਲਾਸ ਉਹਨਾਂ ਨੇ ਪਾਸ ਕਰ ਲਈ, ਉਹ ਮਾਨਵ ਸੇਵਾ ਸਮਿਤੀ ਕੋਲ ਪਹੁੰਚਾ ਸਕਦੇ ਹੋ। ਤੇ ਜੇਕਰ ਕਿਸੇ ਨੂੰ ਲੋੜ ਹੈ ਤਾਂ ਉਹ ਜਿਹੜੇ ਬੁੱਕ ਬੈਂਕ ਬਣਿਆ ਉੱਥੇ ਜਾ ਕੇ ਕਿਸੇ ਵੀ ਤਰ੍ਹਾਂ ਦੀ ਕਿਤਾਬ ਹੈ, ਭਾਵੇਂ ਉਹ ਕਿਸੇ ਕਲਾਸ ਦੀ ਹੈ, ਉੱਥੋਂ ਲੈ ਸਕਦਾ ਹੈ ਤੇ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਉੱਥੇ ਵਾਪਸ ਦੇ ਸਕਦਾ ਹੈ। ਪੌਦਾ ਰੋਪਣ ਦੀ ਸੇਵਾ ਬੜੇ ਵਧੀਆ ਢੰਗ ਦੇ ਨਾਲ ਮਾਨਵ ਸੇਵਾ ਸਮਿਤੀ ਲੰਬੇ ਸਮੇਂ ਤੋਂ ਕਰ ਰਹੀ ਹੈ, ਤੇ ਹਜ਼ਾਰਾਂ ਪੌਦੇ ਅਬੋਹਰ ਦੇ ਵਿੱਚ ਲਾ ਚੁੱਕੀ ਹੈ। ਵੱਖ-ਵੱਖ ਮੰਡੀ ਦੇ ਵਿੱਚ, ਚੌਂਕਾਂ ਦੇ ਉੱਪਰ, ਚੌਰਾਹਿਆਂ ਦੇ ਉੱਪਰ, ਸਕੂਲਾਂ ਦੇ ਵਿੱਚ ਵੀ ਪਿਛਲੇ ਲੰਬੇ ਸਮੇਂ ਤੋਂ, ਜਾਂ ਜਿੱਥੇ ਵੀ ਕਿਸੇ ਪਿੰਡ ਵੱਲੋਂ ਲੋੜ ਮਹਿਸੂਸ ਕੀਤੀ ਜਾਂਦੀ ਹੈ ਤਾਂ ਉੱਥੇ ਪੌਦੇ ਲਾਏ ਜਾਂਦੇ ਨੇ। ਲੋੜਵੰਦ ਕੰਨਿਆਵਾਂ ਦੀ ਸ਼ਾਦੀ, ਜੇਕਰ ਕੋਈ ਜ਼ਰੂਰਤਮੰਦ ਪਰਿਵਾਰ ਹੈ, ਲੜਕੀ ਹੈ ਜਿਸ ਦੇ ਕੋਈ ਮਾਤਾ ਪਿਤਾ ਨਹੀਂ ਜਾਂ ਹੋਰ ਗਰੀਬ ਪਰਿਵਾਰ ਹੈ, ਤਾਂ ਉਸ ਦੀ ਕੰਨਿਆ ਦੀ ਸ਼ਾਦੀ ਦੇ ਵਿੱਚ ਵੀ ਮਾਨਵ ਸੇਵਾ ਸਮਿਤੀ ਲੰਬੇ ਸਮੇਂ ਤੋਂ ਸਹਿਯੋਗ ਕਰ ਰਹੀ ਹੈ, ਤੇ ਸੈਂਕੜੇ ਹੀ ਸ਼ਾਦੀਆਂ ਦੇ ਵਿੱਚ ਆਪਣਾ ਸਹਿਯੋਗ ਕਰ ਚੁੱਕੀ ਹੈ। ਸਫਾਈ ਅਭਿਆਨ ਵੀ ਸਮੇਂ-ਸਮੇਂ ਤੇ ਜਦੋਂ ਵੀ ਲੋੜ ਮਹਿਸੂਸ ਕੀਤੀ ਜਾਂਦੀ ਹੈ ਤਾਂ ਵੱਖ-ਵੱਖ ਥਾਵਾਂ ਦੇ ਉੱਪਰ, ਸਕੂਲਾਂ ਦੇ ਵਿੱਚ, ਸ਼ਹਿਰ ਦੇ ਵਿੱਚ ਸਫਾਈ ਅਭਿਆਨ ਚਲਾਏ ਜਾਂਦੇ ਨੇ। ਰਾਸ਼ਨ ਵੰਡਣ ਦੀ ਸੇਵਾ ਲੋੜਵੰਦਾਂ ਨੂੰ, ਜੇਕਰ ਕੋਈ ਵਿਧਵਾ ਹੈ ਜਾਂ ਕੋਈ ਹੋਰ ਗਰੀਬ ਪਰਿਵਾਰ ਹੈ, ਕੋਈ ਅਪੰਗ ਹੈ, ਉਹ ਵੀ ਮਾਨਵ ਸੇਵਾ ਸਮਿਤੀ ਹਰ ਮਹੀਨੇ ਲਗਭਗ ਲੋੜਵੰਦਾਂ ਨੂੰ ਰਾਸ਼ਨ ਵੰਡਣ ਦੀ ਸੇਵਾ ਕਰ ਰਹੀ ਹੈ। ਧੁੰਦ ਦੇ ਮੌਸਮ ਦੇ ਵਿੱਚ ਰਿਫਲੈਕਟਰ ਲਗਾਉਣ ਦੀ ਸੇਵਾ ਸਾਧਨਾਂ ਦੇ ਉੱਪਰ, ਤਾਂ ਕਿ ਐਕਸੀਡੈਂਟ ਨਾ ਹੋਣ, ਉਹਨਾਂ ਨੂੰ ਐਕਸੀਡੈਂਟਾਂ ਤੋਂ ਬਚਾਇਆ ਜਾ ਸਕੇ, ਮਾਨਵ ਸੇਵਾ ਸਮਿਤੀ ਅਬੋਹਰ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ। ਲੋੜਵੰਦ ਬੱਚਿਆਂ ਨੂੰ ਕਿਤਾਬਾਂ ਦੇ ਨਾਲ-ਨਾਲ ਸਟੇਸ਼ਨਰੀ, ਪੈਨ, ਪੈਨਸਿਲ ਮਾਨਵ ਸੇਵਾ ਸਮਿਤੀ ਦੇ ਦਫ਼ਤਰ ਦੇ ਵਿੱਚ ਹਰ ਵੇਲੇ ਉਪਲਬਧ ਹੁੰਦੇ ਨੇ। ਜੇਕਰ ਉੱਥੇ ਆਸੇ-ਪਾਸੇ ਕੋਈ ਧਰਮਨਗਰ ਦਾ ਏਰੀਆ, ਕੋਈ ਹੋਰ ਜੰਮੂ ਬਸਤੀ ਦਾ ਏਰੀਆ, ਜੇ ਇੱਥੋਂ ਦੇ ਬੱਚਿਆਂ ਨੂੰ ਲੋੜ ਹੁੰਦੀ ਹੈ ਤਾਂ ਕਦੇ ਵੀ ਪੈਨ, ਪੈਨਸਿਲ, ਕਾਪੀ ਜਾ ਕੇ ਲੈ ਸਕਦੇ ਨੇ। ਸਮੇਂ-ਸਮੇਂ ਦੇ ਉੱਪਰ ਜੇਕਰ ਕੁਝ ਸਕੂਲਾਂ ਦੇ ਵਿੱਚ ਅਪਰੋਚ ਕੀਤੀ ਜਾਂਦੀ ਸੰਸਥਾ ਨੂੰ ਵੀ ਜ਼ਰੂਰਤਮੰਦ ਬੱਚਿਆਂ ਨੂੰ ਕੋਈ ਵਰਦੀਆਂ ਦੀ ਲੋੜ ਹੈ, ਕਿਤਾਬਾਂ, ਕਾਪੀਆਂ ਦੀ ਲੋੜ ਹੈ, ਤਾਂ ਉਹ ਵੀ ਸੰਸਥਾ ਕੋਸ਼ਿਸ਼ ਕਰਦੀ ਹੈ ਕਿ ਦਾਨੀ ਸੱਜਣਾ ਕੋਲੋਂ ਅਪਰੋਚ ਕਰਕੇ ਉਹਨਾਂ ਸਕੂਲਾਂ ਦੇ ਵਿੱਚ ਇਸ ਤਰ੍ਹਾਂ ਦਾ ਸਹਿਯੋਗ ਬੱਚਿਆਂ ਨੂੰ ਉਪਲਬਧ ਕਰਾਇਆ ਜਾ ਸਕੇ। ਤੇ ਹੋਰ ਵੀ ਕਈ ਭਲਾਈ ਦੇ ਕੰਮ ਨੇ। ਜਦੋਂ ਸੰਸਥਾ ਨਾਲ ਅਸੀਂ ਜੁੜਾਂਗੇ ਤਾਂ ਅਸੀਂ ਹੌਲੇ-ਹੌਲੇ ਇਹਨਾਂ ਕੰਮਾਂ ਬਾਰੇ ਜਾਣਕਾਰੀ ਵਿਅਕਤ ਕਰਾਂਗੇ। ਅੱਜ ਦਾ ਜਿਹੜਾ ਸਾਡਾ ਮੁੱਖ ਸੀ, ਪਿੰਡ ਧਰਮਪੁਰਾ ਦੇ ਵਿੱਚ ਮੰਦਬੁੱਧੀ ਲੋਕਾਂ ਦੀ ਦੇਖਭਾਲ, ਸੰਭਾਲ ਦੇ ਲਈ ਜਿਹੜਾ ਅਸੀਂ ਆਸ਼ਰਮ ਨਿਰਮਾਣ ਦਾ ਅੱਜ ਭੂਮੀ ਪੂਜਨ ਦਾ ਕੰਮ ਸ਼ੁਰੂ ਕਰਨਾ ਸੀ, ਇਹ ਅਸੀਂ ਕੀਤਾ ਤੇ ਉਮੀਦ ਕਰਦੇ ਹਾਂ ਕਿ ਇਸ ਪ੍ਰੋਜੈਕਟ ਨੂੰ ਅੱਗੇ ਲਿਜਾਉਣ ਦੇ ਲਈ, ਜਿਸ ਤਰ੍ਹਾਂ ਸਰਪੰਚ ਸਾਹਿਬ ਸ਼੍ਰੀ ਕ੍ਰਿਸ਼ਨ ਲਾਲ ਜੀ ਨੇ, ਸਭ ਤੋਂ ਵੱਡਾ ਮੈਂ ਧੰਨਵਾਦ ਕਰਦਾ ਸਮਿਤੀ ਦੀ ਤਰਫੋਂ ਇਹਨਾਂ ਦਾ, ਤੇ ਆਉਣ ਵਾਲੇ ਭਵਿੱਖ ਦੇ ਵਿੱਚ ਜਿਨ੍ਹਾਂ ਨੇ ਇੱਥੇ ਰਹਿਣਾ ਹੈ ਉਹ ਵੀ ਇਹਨਾਂ ਦਾ ਧੰਨਵਾਦ ਕਰਨਗੇ, ਕਿਉਂਕਿ ਇਹਨਾਂ ਨੇ ਇੱਕ ਨੀਂਹ ਰੱਖੀ ਹੈ ਤੇ ਇਸ ਨੂੰ ਅੱਗੇ ਲੈ ਕੇ ਜਾਣਾ ਹੁਣ ਸਾਡਾ ਮਾਨਵ ਸੇਵਾ ਸਮਿਤੀ ਦਾ ਵੀ ਜ਼ਿੰਮੇਵਾਰੀ ਬਣ ਗਈ, ਫਰਜ਼ ਬਣ ਗਿਆ। ਤੇ ਪਿੰਡ ਧਰਮਪੁਰਾ ਦੇ ਲੋਕਾਂ ਨੂੰ ਵੀ ਮੈਂ ਬੇਨਤੀ ਕਰਦਾ ਕਿ ਉਹਨਾਂ ਦੀ ਵੀ ਇੱਕ ਬੜੀ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਆਪਣੇ ਪਿੰਡ ਦੇ ਵਿੱਚ ਇੱਕ ਇੱਡਾ ਵੱਡਾ ਉਪਰਾਲਾ ਹੋ ਰਿਹਾ ਹੈ ਤਾਂ ਅਸੀਂ ਵੀ ਆਪਣਾ ਬਣਦਾ ਯੋਗਦਾਨ ਇਸ ਯੱਗ ਦੇ ਵਿੱਚ ਪਾਈਏ। ਇਹ ਕੁਝ ਇੱਕ ਸੰਸਥਾ ਬਾਰੇ ਸੀ ਜਾਣਕਾਰੀ ਜਿਹੜੀ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ। ਤੇ ਹੁਣ ਮੈਂ ਬੇਨਤੀ ਕਰਦਾ ਸੁਭਾਸ਼ ਮਾਨਵ ਜੀ ਨੂੰ, ਉਹ 2 ਮਿੰਟ ਆ ਕੇ ਵੈਲਕਮ ਵੀ ਕਰਨਗੇ ਆਪਣੇ ਸਾਰੇ ਆਇਆਂ ਦਾ,
ਤੇ ਵਿਚਾਰ ਰੱਖਣਗੇ ਤੇ ਉਸ ਤੋਂ ਅਗਲੇ ਕਰਦੇ ਸੁਭਾਸ਼ ਮਾਨ ਜੀ।